ਸਤਿਕਾਰਤ ਸਰੋਤਾ ਜਨੋ, ਅੱਜ ਸਾਡੀ ਵਿਚਾਰ ਦਾ 38ਵਾਂ ਭਾਗ ਹੈ 100 ਮੂਰਖਾਂ ਦੀ ਕਥਾ। ਕਿਉਂਕਿ ਇਹ ਸਾਡੀ ਭਾਸ਼ਾ ਦਾ ਵੀ ਪ੍ਰਚਲਿਤ ਸ਼ਬਦ ਹੈ, ਜਿਹਦਾ ਕੋਸ਼ ਅਰਥ ਹੈ ਬੇਸਮਝ, ਅਗਿਆਨੀ। ਸੰਸਕ੍ਰਿਤ ਵਿੱਚ ਵੀ ਇਹ ਸ਼ਬਦ ਮੂਰਖ ਲਿਖਿਆ ਹੈ ਔਰ ਸਮਰਥ ਕੋਸ਼ ਦੇ ਵਿੱਚ ਤਕਰੀਬਨ 80 ਦੇ ਕਰੀਬ ਸ਼ਬਦ ਨੇ, ਜਿਹਦੇ ਵਿੱਚ ਮੂੜਾ ਵੀ ਹੈ, ਅਗਿਆਨੀ ਵੀ ਹੈ, ਬੂਝੜ ਵੀ ਹੈ, ਭੌਂਦੂ ਵੀ ਹੈ, ਬੇਸਮਝ ਵੀ ਹੈ, ਨਿਰਗੁਣਿਆਰਾ ਵੀ ਹੈ, ਜਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਬੇਅੰਤ ਸ਼ਬਦ ਜਿਹੜੇ ਸਾਡੇ ਲੋਕ ਮਾਨਸਿਕਤਾ ਵਿੱਚ ਰਚੇ ਹੋਏ ਨੇ ਜਾਂ ਬੋਲਚਾਲ ਵਿੱਚ ਨੇ। ਔਰ ਗੁਰਬਾਣੀ ਵਿੱਚ ਵੀ ਸਤਿਗੁਰਾਂ ਨੇ ਜਾਗਰਤ ਕੀਤਾ, ਪੜ੍ਹ ਅੱਖਰ ਇਹੋ ਬੁੱਝੀਐ, ਮੂਰਖੈ ਨਾਲ ਨਾ ਲੁਝੀਐ। ਹੇ ਭਾਈ, ਇਸ ਗਿਆਨ ਨੂੰ ਪੱਲੇ ਬੰਨ੍ਹ ਲੈਣਾ ਕਿ ਮੂਰਖ ਦੇ ਨਾਲ ਬੈਠਣ ਦਾ, ਲੁਝਣ ਦਾ ਕੋਈ ਫਾਇਦਾ ਨਹੀਂ, ਜਾਂ ਮੂਰਖਾਂ ਸਿਰ ਮੂਰਖ ਹੈ ਜੋ ਮੰਨੇ ਨਾਹੀ ਨਾਉ। ਸਤਿਗੁਰਾਂ ਨੇ ਇਹ ਵੀ ਜਿਹੜਾ ਸ਼ਬਦ ਅੰਕਿਤ ਕੀਤਾ ਹੈ। ਇਹਦਾ ਸਾਰੀ ਵਿਚਾਰ ਦੇ ਵਿੱਚ, ਕਿਉਂਕਿ ਮੂਰਖ ਦਾ ਬਦਲਾਓ ਸ਼ਬਦ ਹੈ ਸਿਆਣਾ, ਦਾਨਾ, ਦਾਨਸ਼ਵਰ, ਬੁੱਧੀਮਾਨ, ਤਾਂ ਸਾਡੀ ਬਹੁਤ ਸਾਰੀ ਨੀਤੀ ਸ਼ਾਸਤਰ ਦੇ ਵਿੱਚ ਇਸ ਤਰ੍ਹਾਂ ਦੀਆਂ ਕਥਾਵਾਂ ਨੇ ਜਿਹੜੀਆਂ ਸਮਾਜ ਨੂੰ ਬੁੱਧੀਮਾਨ ਬਣਾਉਣ ਵਾਸਤੇ, ਸਿਆਣਾ ਬਣਾਉਣ ਵਾਸਤੇ, ਦਾਨਸ਼ਵਰ ਬਣਾਉਣ ਵਾਸਤੇ ਘੜੀਆਂ ਗਈਆਂ। ਬਹੁਤ ਸਾਰੇ ਸਾਡੀ ਪੰਜਾਬੀ ਭਾਸ਼ਾ ਦੇ ਅਖਾਣ ਨੇ ਜਿਹੜੇ ਬਹੁਤ ਹੀ ਸਪਸ਼ਟ ਹੈ, ਜਿਵੇਂ ਦੇਖੋ ਮੂਰਖ ਦੀ ਮੱਤ ਗਈ, ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਿਆ, ਲਿੱਦ ਸਿੱਟਣੀ ਪਈ। ਜਾਂ ਇੱਕ ਪੰਚਤੰਤਰ ਵਿੱਚ ਆਉਂਦਾ ਹੈ ਕਿ ਮੂਰਖ ਮਿੱਤਰ ਨਾਲੋਂ ਸਿਆਣਾ ਦੁਸ਼ਮਣ ਚੰਗਾ, ਜਾਂ ਮੂਰਖ ਨਾਲ ਰਾਜ ਰਾਵਿਆ ਮੰਦਾ, ਅਕਲ ਵਾਲੇ ਨਾਲ ਭੀਖ ਮੰਗੀ ਚੰਗੀ। ਇਹ ਬਹੁਤ ਸਾਰੇ ਲੋਕ ਅਖਾਣ ਨੇ। ਮੂਰਖ ਦਾ ਹਾਸਾ, ਮਾੜੇ ਦਾ ਭੱਜ ਗਿਆ ਪਾਸਾ, ਮੂਰਖਾਂ ਪੱਟੇ ਟੋਏ, ਨਾ ਕੋਈ ਹੱਸੇ ਨਾ ਕੋਈ ਰੋਏ। ਇਹ ਸ਼ਬਦ ਸਾਡੇ ਅਖਾਣ ਕੋਸ਼ਾਂ ਵਿੱਚ ਨੇ। ਤਾਂ ਇਹਦੇ ਸੰਦਰਭ ਵਿੱਚ ਹੀ ਬਹੁਤ ਸਾਰੀਆਂ ਕਥਾਵਾਂ ਅਸੀਂ ਪੜ੍ਹਦੇ ਹਾਂ। ਇੱਕ ਬੜੀ ਪੁਰਾਤਨ ਕਥਾ ਹੈ ਕਿ ਕਿਸੇ ਪਰਿਵਾਰ ਦੇ ਵਿੱਚ ਬਜ਼ੁਰਗ ਦੀ ਮੌਤ ਹੋਈ ਤਾਂ ਉਸ ਦੇ ਪੁੱਤਰ ਬਹੁਤ ਦਿਨਾਂ ਬਾਅਦ ਵੀ ਰੋਂਦੇ ਰੋਂਦੇ ਕਿਸੇ ਸਿਆਣੇ ਪਾਸ ਗਏ। ਤਾਂ ਉਹ ਸਿਆਣਾ ਪੁੱਛਦਾ ਕਿ ਤੁਸੀਂ ਇੰਨਾ ਵਿਰਲਾਪ ਕਿਉਂ ਕਰ ਰਹੇ ਹੋ? ਤਾਂ ਉਹਨਾਂ ਭਰਾਵਾਂ ਨੇ ਉੱਤਰ ਦਿੱਤਾ ਕਿ ਸਾਡਾ ਪਿਤਾ ਮਰਨ ਤੋਂ ਪਹਿਲਾਂ ਸਾਨੂੰ 3 ਸਿੱਖਿਆ ਦੇ ਕੇ ਗਿਆ ਸੀ। ਅਸੀਂ ਸਿੱਖਿਆ ਮੰਨ ਵੀ ਰਹੇ ਹਾਂ, ਪਰ ਅਸੀਂ ਦਿਨੋਂ ਦਿਨ ਕੰਗਾਲ ਹੋਈ ਜਾ ਰਹੇ ਹਾਂ। ਉਸ ਸਿਆਣੇ ਨੇ ਪੁੱਛਿਆ ਕਿ ਤੁਹਾਡੇ ਪਿਤਾ ਨੇ ਕੀ ਸਿੱਖਿਆ ਦਿੱਤੀ ਸੀ? ਆਹ ਤੇ ਪਹਿਲੀ ਸਿੱਖਿਆ ਇਹ ਦਿੱਤੀ ਸੀ ਕਿ ਸ਼ਾਮੇ ਸ਼ਾਮੇ ਕੰਮ ਤੇ ਜਾਣਾ ਤੇ ਸ਼ਾਮੇ ਹੀ ਵਾਪਸ ਪਰਤਣਾ। ਤੇ ਦੂਸਰੀ ਸਿੱਖਿਆ ਦਿੱਤੀ ਸੀ ਕਿ ਕਿਸੇ ਨੂੰ ਉਧਾਰ ਦੇ ਕੇ ਮੰਗਣਾ ਨਹੀਂ। ਤਾਂ ਤੀਸਰੀ ਸਿੱਖਿਆ ਦਿੱਤੀ ਸੀ ਕਿ ਜਦੋਂ ਘਰ 'ਚ ਕੰਗਾਲੀ ਆ ਜੇ ਤੇ ਖੂਹ ਨਾਲ ਗੱਲਾਂ ਕਰਨੀਆਂ। ਤੇ ਉਹ ਸਿਆਣੇ ਨੇ ਪੁੱਛਿਆ ਕਿ ਤੁਸੀਂ ਕਿਵੇਂ ਸ਼ਾਮੇ ਸ਼ਾਮੇ ਜਾਂਦੇ ਹੋ? ਕਹਿੰਦੇ ਅਸੀਂ ਧੁੱਪੇ ਕੰਮ ਤੇ ਜਾਂਦੇ ਹਾਂ, ਛਾਤੇ ਲੈ ਕੇ ਸਿਰ ਤੇ ਜਾਂਦੇ ਹਾਂ ਤੇ ਧੁੱਪੇ ਧੁੱਪੇ ਛਾਤੇ ਲੈ ਕੇ, ਛਤਰੀਆਂ ਲੈ ਕੇ ਵਾਪਸ ਆ ਜਾਂਦੇ ਹਾਂ। ਅਸੀਂ ਕਹਿੰਦੇ ਬਹੁਤ ਲੋਕਾਂ ਨੂੰ ਉਧਾਰਾ ਪੈਸਾ ਦੇ ਦਿੱਤਾ ਹੈ, ਪਰ ਸਾਡਾ ਪੈਸਾ ਵਾਪਸ ਵੀ ਨਹੀਂ ਮੁੜਿਆ। ਸਾਡੇ ਪਿਤਾ ਦੀ ਸਿੱਖਿਆ ਇਹ ਵੀ ਗਲਤ ਹੈ। ਹੁਣ ਸਾਡਾ ਜਿਹੜਾ ਖੂਹ ਹੈ ਨਿਆਈ ਦੇ ਖੇਤ ਵਿੱਚ, ਉਹਦੇ ਕੋਲੇ ਅਸੀਂ ਗੱਲਾਂ ਕਰਦੇ ਹਾਂ, ਅਸੀਂ ਰੋਂਦੇ ਹਾਂ, ਉਹ ਅੱਗੋਂ ਬੋਲਦਾ ਹੀ ਨਹੀਂ। ਉਸ ਸਿਆਣੇ ਨੇ ਉੱਤਰ ਦਿੱਤਾ ਕਿ ਤੁਸੀਂ ਬਹੁਤ ਵੱਡੇ ਮੂਰਖ ਹੋ, ਤੁਸੀਂ ਆਪਣੇ ਪਿਤਾ ਦੀ ਸਿੱਖਿਆ ਨੂੰ ਸਮਝਿਆ ਹੀ ਨਹੀਂ। ਉਹਦੀ ਸਿੱਖਿਆ ਸੀ ਕਿ ਤੁਸੀਂ ਜਦ ਕੰਮ ਤੇ ਜਾਣਾ ਹੈ ਤਾਂ ਛਾਵੇਂ ਛਾਵੇਂ, ਮਤਲਬ ਸੁਬਾਹ ਤਾਰਿਆਂ ਦੀ ਛਾਵੇਂ ਜਾਓ, ਸ਼ਾਮ ਨੂੰ ਦਿਨ ਢਲੇ ਤੋਂ ਛਾਵੇਂ ਵਾਪਸ ਪਰਤਣਾ, ਤਾਂ ਕਿ ਤੁਸੀਂ ਬਹੁਤ ਚੰਗੀ ਮੁਸ਼ੱਕਤ ਤੇ ਮਿਹਨਤ ਕਰ ਸਕੋ। ਪਰ ਤੁਸੀਂ ਤਾਂ ਧੁੱਪੇ ਛਤਰੀਆਂ ਲੈ ਕੇ ਤੁਰੇ ਫਿਰਦੇ ਹੋ, ਤਾਂ ਤੁਹਾਡਾ ਵਿਕਾਸ ਕਿਵੇਂ ਹੋਏਗਾ? ਕਹਿੰਦੇ ਦੂਸਰੀ ਸਿੱਖਿਆ ਸੀ ਕਿ ਉਧਾਰ ਦੇ ਕੇ ਫਿਰ ਆਸ ਨਹੀਂ ਰੱਖਣੀ, ਮੰਗਣਾ ਨਹੀਂ। ਇਹਦਾ ਮਤਲਬ ਜੋ ਉਧਾਰ ਪੈਸਾ ਚਲਾ ਗਿਆ, ਕਿਸੇ ਨੇ ਵਾਪਸ ਕਰਨ ਨਹੀਂ ਆਉਣਾ। ਇਸ ਲਈ ਸੋਚ ਸਮਝ ਕੇ ਵਿਹਾਰ ਕਰਿਓ। ਉਧਾਰ ਗਿਆ ਹੋਇਆ ਪੈਸਾ ਵਾਪਸ ਨਹੀਂ ਪਰਤਦਾ ਹੁੰਦਾ। ਤੇ ਤੀਜੀ ਸਿੱਖਿਆ ਸੀ ਕਿ ਆਪਣੇ ਨਿਆਈ ਵਾਲੇ ਖੇਤ ਵਿੱਚ ਜਾ ਕੇ ਖੂਹ ਨਾਲ ਗੱਲਾਂ ਕਰਿਓ। ਉਹ ਭੱਲੋ ਜਿਹੜੀ ਜ਼ਮੀਨ ਆ ਤੁਹਾਡੀ ਸਭ ਤੋਂ ਉਪਜਾਊ ਖੂਹ ਵਾਲੀ ਹੈ। ਜੇ ਤੁਸੀਂ ਖੂਹ ਗੇੜੋਗੇ, ਖੂਹ ਬਲਦ ਜੋੜੋਗੇ, ਖੇਤੀ ਬੀਜੋਗੇ, ਫਸਲ ਆਏਗੀ ਤਾਂ ਖੁਸ਼ਹਾਲ ਹੋਵੋਗੇ।
ਤੁਸੀਂ ਤਾਂ ਸਾਰੇ ਜਣੇ ਜਾ ਕੇ ਖੂਹ ਨਾਲ ਗੱਲਾਂ ਕਰੀ ਜਾਂਦੇ ਹੋ, ਰੋਈ ਪਿੱਟੀ ਜਾਂਦੇ ਹੋ। ਖੂਹ ਨੇ ਇਸ ਤਰ੍ਹਾਂ ਤੁਹਾਡੀ ਤਕਦੀਰ ਨਹੀਂ ਬਦਲਣੀ। ਇਹ ਬਹੁਤ ਸਾਰਾ ਸਾਹਿਤ ਸਾਡੀਆਂ ਨੀਤੀ ਕਥਾਵਾਂ ਵਿੱਚ, ਖਲੀਲ ਜ਼ਬਰਾਨ ਦੀਆਂ ਕਹਾਣੀਆਂ ਵਿੱਚ, ਪੰਚਤੰਤਰ ਦੀਆਂ ਕਥਾਵਾਂ ਵਿੱਚ ਔਰ ਬਹੁਤ ਸਾਰੀਆਂ ਪੁਰਾਤਨ ਗ੍ਰੰਥਾਂ ਵਿੱਚ ਹੈ। ਜਿਹੜੀ ਅਸੀਂ 100 ਮੂਰਖਾਂ ਦੀ ਕਥਾ ਦੀ ਗੱਲ ਕਰਦੇ ਹਾਂ, ਇਹ ਰਾਜਾ ਭੋਜ ਨਾਲ ਸੰਬੰਧਿਤ ਹੈ। ਗੁਰਬਖਸ਼ ਸਿੰਘ ਕੇਸਰੀ ਜੀ ਨੇ ਲਿਖਿਆ ਕਿ ਰਾਜਾ ਭੋਜ ਆਪਣੇ ਮਹੱਲਾਂ 'ਚ ਜਦ ਗਿਆ ਤੇ ਉਸ ਦੀ ਰਾਣੀ ਕਿਸੇ ਹੋਰ ਔਰਤ ਨਾਲ ਗੱਲਾਂ ਕਰ ਰਹੀ ਸੀ ਤੇ ਰਾਜਾ ਭੋਜ ਵਿੱਚ ਚਲਾ ਗਿਆ। ਰਾਣੀ ਨੇ ਕਿਹਾ, ਆਓ ਮੂਰਖ ਜੀ ਬੈਠੋ। ਉਹਨੂੰ ਗੁੱਸਾ ਆਇਆ। ਰਾਜਾ ਭੋਜ ਫਿਰ ਮਹਿਲਾਂ 'ਚ ਆਇਆ। ਉਹਦਾ ਸਭ ਤੋਂ ਵੱਡਾ ਵਿਦਵਾਨ ਸੀ ਪੰਡਿਤ ਕਾਲੀਦਾਸ ਜੀ। ਪੰਡਿਤ ਕਾਲੀਦਾਸ ਜੀ ਨੂੰ ਕਹਿੰਦਾ ਕਿ ਮੈਂ ਉਹਨਾਂ ਗੱਲਾਂ ਕਰਦੀਆਂ ਔਰਤਾਂ 'ਚ ਗਿਆ, ਉਹਨਾਂ ਮੈਨੂੰ ਮੂਰਖ ਕਿਹਾ, ਕੀ ਮੈਂ ਸੱਚਮੁੱਚ ਮੂਰਖ ਹਾਂ? ਤਾਂ ਪੰਡਿਤ ਕਾਲੀਦਾਸ ਜੀ ਨੇ ਕਿਹਾ ਕਿ ਇਸ ਤਰ੍ਹਾਂ ਦੇ 100 ਮੂਰਖਾਂ ਦੀਆਂ ਕਥਾਵਾਂ ਹੋਰ ਵੀ ਨੇ। ਇਹ ਪੁਸਤਕ ਸੀ ਸ਼ਤਮੂਡਾ। ਸ਼ਤ ਬ੍ਰਿਜ ਭਾਸ਼ਾ ਵਿੱਚ 100 ਨੂੰ ਕਹਿੰਦੇ ਆ ਔਰ ਇਹਦਾ ਹਿੰਦੀ ਵਿੱਚ ਵੀ ਕਿਸੇ ਸਮੇਂ ਅਨੁਵਾਦ ਹੋਇਆ ਸ਼ਤਕ ਭਾਖਾ ਦੇ ਰੂਪ ਦੇ ਵਿੱਚ। ਇਹ ਗੁਰਬਖਸ਼ ਸਿੰਘ ਕੇਸਰੀ ਜੀ ਨੇ ਦਰਜ ਕੀਤਾ। ਫਿਰ ਕਹਿੰਦੇ ਪੰਡਿਤ ਕਾਲੀਦਾਸ ਜੀ ਨੇ ਰਾਜਾ ਭੋਜ ਨੂੰ 100 ਮੂਰਖਾਂ ਦੀ ਕਥਾ ਸੁਣਾਈ। ਉਹ ਕਹਿੰਦੇ, ਦੋ ਬਾਤਾਂ ਕਰਦਿਆਂ ਵਿੱਚ ਜਾਵੇ, ਬਿਨ ਪੁੱਛੇ ਨਿਜ ਬਾਤ ਚਲਾਵੇ ਮੂਰਖ। ਉਹਨਾਂ ਦਾ ਇੱਕ ਲਿਖਣ ਦਾ ਢੰਗ ਸੀ। ਪਰ ਘਰ ਭੋਜਨ ਬਹੁਤਾ ਖਾਵੇ, ਢਿੱਡ ਪਾਲ ਮੂਰਖ ਮਰ ਜਾਵੇ। ਕਹਿੰਦੇ ਪਰਾਏ ਘਰ ਵਿੱਚ ਜਾ ਕੇ ਭੋਜਨ ਖਾਈ ਜਾ ਰਿਹਾ, ਉਹ ਤਾਂ ਆਪਣਾ ਢਿੱਡ ਪਾਲ ਕੇ ਇਹੋ ਜਿਹਾ ਮੂਰਖ ਮਰ ਜਾਂਦਾ। ਆਂਦਾ ਬੋਲਣ ਦਾ ਨਾ ਜਾਣੇ ਢੰਗ, ਚਤਰਾਂ ਵਿੱਚ ਅੜਾਵੇ ਟੰਗ। ਜਿਹਨੂੰ ਬੋਲਣਾ ਆਉਂਦਾ ਨਹੀਂ, ਢੰਗ ਆਉਂਦਾ ਨਹੀਂ, ਉਹ ਸਿਆਣਿਆਂ ਵਿੱਚ ਜਾ ਕੇ ਜੇ ਗੱਲਾਂ ਕਰੇਗਾ ਮੂਰਖ ਹੋਏਗਾ। ਮਿੱਤਰਾਂ ਨਾਲ ਕਮਾਵੇ ਧਰੋ, ਮਾੜਾ ਵੇਖ ਚੜੇ ਜਿਸ ਰੋ ਮੂਰਖ। ਸ਼ਾਹ ਬਗਾਨੀ ਮੁੱਛ ਮਨਾਵੇ, ਮਿਲੇ ਨਹੀਂ ਪਿੱਛੋਂ ਪਛਤਾਵੇ। ਸ਼ਾਹ ਲੱਸੀ ਨੂੰ ਕਹਿੰਦੇ ਨੇ। ਇਹਦੇ ਬਾਰੇ ਵੀ ਸਾਡਾ ਲੋਕ ਅਖਾਣ ਹੈ, ਬਗਾਨੀ ਸ਼ਾਹ ਤੇ ਮੁੱਛਾਂ ਮਨਾਉਣੀਆਂ। ਫਿਰ ਇਹਦੇ ਬਾਰੇ ਵੀ ਮੂਰਖਾਂ ਦੀ ਕਥਾ ਹੈ ਕਿ ਉਹ ਕਿਸੇ ਦੇ ਘਰ ਮੱਝ ਲੈ ਕੇ ਕੋਈ ਰਿਸ਼ਤੇਦਾਰ ਆਇਆ, ਉਹਨਾਂ ਨੇ ਲੱਸੀ ਬਣਾਈ, ਉਹਨੂੰ 2-3 ਦਿਨ ਪਿਆਉਂਦੇ ਰਹੇ ਤੇ ਉਹਨੇ ਆਪਣੀਆਂ, ਕਿਉਂਕਿ ਮੁੱਛਾਂ ਵਿੱਚ ਲੱਸੀ ਜਿਹੜੀ ਅੜਦੀ ਸੀ ਜਾਂ ਛਿੱਡੀਆਂ ਅੜਦੀਆਂ ਸੀ, ਉਹਨੇ ਮੁੱਛਾਂ ਮਨਾਤੀਆਂ। ਇਹਦੇ ਪਿੱਛੇ ਵੀ ਕਥਾ ਹੈ ਮੂਰਖਾਂ ਦੀ ਕਿ ਬਗਾਨੀ ਸ਼ਾਹ ਤੇ ਮੁੱਛਾਂ ਮਨਾਉਣੀਆਂ। ਇਸ ਤਰ੍ਹਾਂ ਹੀ ਚਾਦਰ ਦੇਖ ਨਾ ਪੈਰ ਪਸਾਰੇ, ਹਰ ਕਾਰਜ ਵਿੱਚ ਮੂਰਖ ਹਾਰੇ। ਕਹਿੰਦੇ ਜਿਹੜਾ ਆਪਣੇ ਚਾਦਰ ਦੇਖ ਕੇ ਪੈਰ ਨਹੀਂ ਪਸਾਰਦਾ, ਉਹ ਵੀ ਜਿਹੜਾ ਮੂਰਖ ਗਿਣਿਆ ਜਾਂਦਾ ਹੈ। ਅੱਗਾ ਦੇਖ ਧਰੇ ਨਾ ਪੈਰ, ਉਸ ਮੂਰਖ ਦੀ ਹੋਏ ਨਾ ਖੈਰ। ਜਿਹੜਾ ਅੱਗਾ ਵਾਚ ਕੇ, ਰਸਤਾ ਵਾਚ ਕੇ ਆਪਣਾ ਪੈਰ ਨਹੀਂ ਧਰਦਾ, ਕਹਿੰਦੇ ਉਸ ਮੂਰਖ ਦੀ ਵੀ ਖੈਰ ਨਹੀਂ ਹੁੰਦੀ। ਇਹਦੇ ਬਾਰੇ ਸ਼ੇਖ ਸਾਦੀ ਜੀ ਨੇ ਵੀ ਲਿਖਿਆ ਕਿ ਕਿਸੇ ਨੇ ਪੁੱਛਿਆ, ਤੁਸੀਂ ਇੰਨਾ ਗਿਆਨ ਕਿੱਥੋਂ ਪ੍ਰਾਪਤ ਕੀਤਾ? ਉਹ ਕਹਿੰਦੇ ਨੇਤਰਹੀਣਾ ਕੋਲੋਂ। ਉਹ ਕਹਿੰਦੇ ਉਹ ਕਿਵੇਂ? ਕਹਿੰਦੇ ਉਹ ਜਦ ਤੱਕ ਧਰਤੀ ਮਾਪ ਨਹੀਂ ਲੈਂਦੇ, ਅਗਲਾ ਕਦਮ ਨਹੀਂ ਪੁੱਟਦੇ। ਇਸ ਲਈ ਅੱਜ ਸੰਸਾਰ ਦੇ ਵਿੱਚ ਸਜਾਖਾ ਬੰਦਾ ਹਰ ਥਾਂ ਧੋਖਾ ਖਾ ਰਿਹਾ, ਪਰ ਕਦੀ ਤੁਸੀਂ ਨੇਤਰਹੀਣ ਨੂੰ ਚੱਲਦਾ ਦੇਖੋ, ਉਹ ਕਦੀ ਵੀ ਡਿੱਗਿਆ ਨਹੀਂ ਮਿਲੇਗਾ। ਖੈਰ, ਇਹ ਇੱਕ ਲੰਬੀ ਕਥਾ ਹੈ। ਤਾਂ ਇਹ ਸ਼ਤਮੂਡਾ ਨਾਉ ਹੇਠ ਇੱਕ ਵੱਡੀ ਰਚਨਾ ਸੀ ਜਿਹੜੀ ਪੰਡਿਤ ਕਾਲੀਦਾਸ ਜੀ ਨੇ ਰਚੀ ਕਿ ਜਿਹੜੇ ਬੇਸਮਝ ਹੁੰਦੇ ਆ, ਜਿਹੜੇ ਬੇਬੁੱਧ ਹੁੰਦੇ ਆ, ਉਹ ਹਰ ਥਾਂ ਦੇ ਉੱਤੇ ਧੋਖਾ ਖਾਂਦੇ ਨੇ। ਇਸੇ ਤਰ੍ਹਾਂ ਇਹ ਜਿਹੜੀ ਹੈ ਲੰਬੀ ਕਥਾ ਵਿੱਚ ਹੈ ਕਿ ਹੇ ਰਾਜਾ ਭੋਜ ਜੀ, ਇਹਦਾ ਤੱਤ ਸਾਰ ਇਹ ਸੀ ਕਿ ਮੈਂ ਇਹ ਮੂਰਖਾਂ ਦੀ ਕਥਾ ਸੁਣੋ, ਤੇ ਜੇ ਇਹ ਮੂਰਖਤਾਈਆਂ ਤੋਂ ਤੁਸੀਂ ਤੇ ਸਮਾਜ ਬਚਿਆ ਰਹੇਗਾ। ਤੇ ਸਮਾਜ ਸਿਆਣਾ ਹੀ ਹੈ, ਸਮਾਜ ਦਾਨਾ ਹੀ ਹੈ, ਸਮਾਜ ਦਾਨਸ਼ਵਰ ਹੀ ਹੈ। ਪਰ ਕੁਝ ਗੱਲਾਂ ਉਹ ਹੁੰਦੀਆਂ ਜਿਨ੍ਹਾਂ ਤੋਂ ਬਚਣ ਦਾ ਉਪਾਅ ਦੱਸਿਆ, ਜਿਵੇਂ ਨਸ਼ੇ ਵਿਸ਼ੇ ਦਾ ਭੋਜਨ ਕਰੇ, ਇਹਨਾਂ ਲਈ ਭੋਂ ਗਹਿਣੇ ਧਰੇ ਮੂਰਖ। ਇਹ ਵੀ ਸ਼ਤਮੂਡਾ ਦੇ ਵਿੱਚ ਹੈ ਕਿ ਜਿਹੜਾ ਨਸ਼ਿਆਂ ਵਿਸ਼ਿਆਂ ਵਿੱਚ ਉਜੜਦਾ, ਇਹਦੇ ਵਿੱਚ ਜੂਆ ਖੇਡਣ ਵਾਲਿਆਂ ਨੂੰ ਵੀ ਜਿਹੜਾ ਸੁਚੇਤ ਕੀਤਾ ਹੈ, ਇਹਦੇ ਵਿੱਚ ਮੰਗਵਾ ਲੈਣ ਵਾਲਿਆਂ ਨੂੰ ਵੀ ਸੁਚੇਤ ਕੀਤਾ ਹੈ, ਔਰ ਇਹਦੇ ਵਿੱਚ ਬਹੁਤ ਸਾਰੇ ਨੁਕਤੇ ਜਿਹੜੇ ਆ ਸ਼ਤਮੂਡੇ ਵਿੱਚ ਦਿੱਤੇ ਨੇ ਕਿ ਇਹ ਜਿਹੜੀ ਕਥਾ ਹੈਗੀ ਆ, ਇਹ ਸਮਾਜ ਨੂੰ ਸਿਆਣੇ ਬਣਾਉਣ ਵਾਸਤੇ ਹੈ, ਦਾਨੇ ਬਣਾਉਣ ਵਾਸਤੇ ਹੈ, ਦਾਨਸ਼ਵਰ ਕਰਨ ਵਾਸਤੇ ਹੈ ਕਿ ਇਹਨਾਂ ਗੱਲਾਂ ਤੋਂ ਜਿਹੜਾ ਬਚੇਗਾ ਉਹ ਸਿਆਣਾ ਹੈ। ਇਸ ਲਈ ਇਸ ਕਥਾ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਧੰਨਵਾਦ।